ਹੈਲੋ एवरीवन ਵੈਲਕਮ ਟੂ ਮਾਈ ਚੈਨਲ ਜੀ ਰਾਮਪਾਲ। ਅੱਜ ਸਾਡਾ ਕੰਪਿਊਟਰ ਬੇਸਿਕ ਕੋਰਸ ਸਿੱਖਣ ਦਾ ਦੂਸਰਾ ਦਿਨ ਹੈ। ਤੁਸੀਂ ਸਿਰਫ ਇਹ ਕੰਟੈਂਟਸ ਕਾਪੀ ਉੱਪਰ ਨੋਟ ਕਰ ਲਓ ਅਤੇ ਤੁਸੀਂ ਵੇਖੋਗੇ ਕਿ ਵੀਡੀਓ ਦੇ ਅੰਤ ਤੱਕ ਤੁਸੀਂ ਇਹ ਸਭ ਸਿੱਖ ਲਓਗੇ। ਚਲੋ ਸ਼ੁਰੂ ਕਰਦੇ ਹਾਂ। ਵਾਟ ਇਜ਼ ਵਿੰਡੋਜ਼ ਐਕਸਪਲੋਰਰ? ਵਿੰਡੋਜ਼ ਐਕਸਪਲੋਰਰ ਕੀ ਹੈ? ਡਿਫਰੈਂਟ ਵੇਜ਼ ਟੂ ਓਪਨ ਵਿੰਡੋਜ਼ ਐਕਸਪਲੋਰਰ। ਵੱਖ-ਵੱਖ ਤਰੀਕੇ, ਡਿਫਰੈਂਟ ways to open Windows Explorer ਨੂੰ ਖੋਲ੍ਹਣ ਦੇ ਵੱਖ-ਵੱਖ ਤਰੀਕੇ। different views in Windows Explorer। Windows Explorer ਵਿੱਚ ਕਿਸ ਤਰ੍ਹਾਂ ਦੇ ਵੱਖ-ਵੱਖ ਵਿਊ ਹਨ। how to make folder in any drive। ਕਿਸੇ ਵੀ ਡਰਾਈਵ ਵਿੱਚ ਫੋਲਡਰ ਕਿਵੇਂ ਬਣਦਾ ਹੈ। and save files in it। ਅਤੇ ਇਸ ਵਿੱਚ ਫਾਈਲਾਂ ਕਿਵੇਂ ਸੇਵ ਕਰਦੇ ਹਾਂ। what is recycle bin? recycle bin ਕੀ ਹੁੰਦਾ ਹੈ। how to delete, restore and permanently delete files। ਅਤੇ ਕਿਸ ਤਰ੍ਹਾਂ ਅਸੀਂ ਫਾਈਲਾਂ ਨੂੰ ਡਿਲੀਟ ਕਰਦੇ ਹਾਂ ਅਤੇ ਉਹ ਰੀਸਾਈਕਲ ਵਿੱਚ ਪਹੁੰਚ ਜਾਂਦੀਆਂ ਹਨ, ਉਹਨਾਂ ਨੂੰ ਕਿਸ ਤਰ੍ਹਾਂ ਰੀਸਟੋਰ ਕਰਨਾ ਹੈ ਜਾਂ ਪਰਮਾਨੈਂਟਲੀ ਡਿਲੀਟ ਕਰਨਾ ਹੈ ਅਤੇ ਹੋਰ ਵੀ ਕਨਸੈਪਟ ਇਸ ਵਿੱਚ ਆਉਣਗੇ। ਚਲੋ ਸ਼ੁਰੂ ਕਰਦੇ ਹਾਂ। ਸੋ ਫਸਟ ਇਜ਼ ਵਾਟ ਇਜ਼ ਵਿੰਡੋਜ਼ ਐਕਸਪਲੋਰਰ। ਕਿ ਵਿੰਡੋਜ਼ ਐਕਸਪਲੋਰਰ ਹੈ ਕੀ ਹੈ। Windows Explorer is an important application of Windows operating system। ਸੋ ਇਹ ਇੱਕ ਬਹੁਤ ਹੀ ਮਹੱਤਵਪੂਰਨ ਐਪਲੀਕੇਸ਼ਨ ਹੈ ਵਿੰਡੋਜ਼ ਆਪਰੇਟਿੰਗ ਸਿਸਟਮ ਦੀ, ਕਿਉਂਕਿ ਵਿੰਡੋ ਇੱਕ ਆਪਰੇਟਿੰਗ ਸਿਸਟਮ ਹੈ। ਸੋ ਇਹ ਉਸ ਦੀ ਬਹੁਤ ਹੀ ਮਹੱਤਵਪੂਰਨ ਐਪਲੀਕੇਸ਼ਨ ਹੈ। ਇਨ ਵਿੰਡੋਜ਼ ਐਕਸਪਲੋਰਰ ਵਿੱਚ ਵੀ ਕੈਨ ਐਕਸਪਲੋਰ ਐਨੀ ਫਾਈਲ। ਅਸੀਂ ਕੋਈ ਵੀ ਫਾਈਲ ਫੋਲਡਰ ਵੇਖ ਸਕਦੇ ਹਾਂ ਆਸਾਨੀ ਨਾਲ, ਵੈਰੀ ਈਜ਼ੀਲੀ। ਇਟ ਹੈਜ਼ ਟੂ ਪੇਨਸ। ਇਸ ਦੇ ਦੋ ਪੇਨਸ ਹੁੰਦੇ ਹਨ, ਖੱਬਾ ਪੇਨ ਲੈਫਟ ਪੇਨ ਅਤੇ ਰਾਈਟ ਪੇਨ ਸੱਜਾ ਪੇਨ। ਦ ਲੈਫਟ ਪੇਨ ਕੰਟੇਨਸ ਡਰਾਈਵਸ। ਖੱਬੇ ਪੇਨ ਵਿੱਚ ਡਰਾਈਵਸ ਹੁੰਦੀਆਂ ਹਨ। ਡਰਾਈਵਸ ਕੀ ਹੁੰਦੀਆਂ ਹਨ ਅੱਗੇ ਆਪਾਂ ਵੀਡੀਓ ਵਿੱਚ ਵੇਖਾਂਗੇ। ਐਂਡ ਫੋਲਡਰਸ ਅਤੇ ਫੋਲਡਰ। ਐਂਡ ਦ ਰਾਈਟ ਪੇਨ ਡਿਸਪਲੇ ਇਟਸ ਕੰਟੈਂਟਸ। ਸੇ ਕੰਟੈਂਟ ਜੋ ਵੀ ਉਸ ਫੋਲਡਰ ਵਿੱਚ ਜਾਂ ਡਰਾਈਵ ਵਿੱਚ ਹੁੰਦਾ ਹੈ ਉਸ ਨੂੰ ਰਾਈਟ ਪੇਨ ਦੇ ਵਿੱਚ ਉਸ ਦੇ ਕੰਟੈਂਟਸ ਦਿਖਾਉਂਦਾ ਹੈ। ਸੋ ਅੱਗੇ ਤੁਸੀਂ ਇਹ ਕਲੀਅਰ ਕਰੋਗੇ, ਪ੍ਰੈਕਟੀਕਲ ਦੇ ਵਿੱਚ ਆਪਾਂ ਇਹ ਸਾਰਾ ਕਲੀਅਰ ਕਰਾਂਗੇ। ਸੋ ਡਿਫਰੈਂਟ ਵੇਜ਼ ਟੂ ਓਪਨ ਵਿੰਡੋਜ਼ ਐਕਸਪਲੋਰਰ। ਸੋ ਇੱਥੇ ਆਪਾਂ ਇਹ 3-4 ਤਰੀਕੇ ਨਾਲ ਵਿੰਡੋਜ਼ ਐਕਸਪਲੋਰਰ ਨੂੰ ਖੋਲ੍ਹਣਾ ਸਿੱਖਾਂਗੇ। ਸੋ ਪਹਿਲਾ ਹੈ ਵਿੰਡੋਜ਼ ਬਟਨ ਨੂੰ ਪ੍ਰੈਸ ਕਰਾਂਗੇ, ਜੋ ਕੀਬੋਰਡ ਉੱਪਰ ਵਿੰਡੋਜ਼ ਬਟਨ ਹੈ ਉਸ ਨੂੰ ਪ੍ਰੈਸ ਕਰਾਂਗੇ ਅਤੇ ਨਾਲ ਪ੍ਰੈਸ ਕਰਦੇ ਹੋਏ ਨਾਲ ਹੀ ਈ ਪ੍ਰੈਸ ਕਰਾਂਗੇ। ਸੋ ਵਿੰਡੋਜ਼ ਬਟਨ ਵਿੰਡੋ ਕੀ ਪਲੱਸ ਈ ਟੁਗੈਦਰ ਇਕੱਠਿਆਂ ਪ੍ਰੈਸ ਕਰਾਂਗੇ ਤਾਂ ਆਪਣੇ ਆਪ ਵਿੰਡੋਜ਼ ਐਕਸਪਲੋਰਰ ਖੁੱਲ੍ਹ ਜਾਏਗੀ। ਦੂਸਰਾ ਤਰੀਕਾ, ਕਲਿੱਕ ਔਨ ਸਟਾਰਟ ਬਟਨ 'ਤੇ ਆਪਾਂ ਕਲਿੱਕ ਕਰਾਂਗੇ, ਆਲ ਪ੍ਰੋਗਰਾਮਸ 'ਤੇ ਕਲਿੱਕ ਕਰਾਂਗੇ, ਅਸੈਸਰੀਜ਼ 'ਤੇ ਅਤੇ ਵਿੱਚ ਉਸ ਦੇ ਵਿੰਡੋਜ਼ ਐਕਸਪਲੋਰਰ ਆਪਸ਼ਨ 'ਤੇ ਕਲਿੱਕ ਕਰਾਂਗੇ। ਤੀਸਰਾ ਤਰੀਕਾ ਹੈ ਕਿ ਅਸੀਂ ਟਾਈਪ ਐਕਸਪਲੋਰਰ। ਸੋ ਅਸੀਂ ਐਕਸਪਲੋਰਰ ਟਾਈਪ ਕਰ ਦੇਵਾਂਗੇ ਇਨ ਸਰਚ ਪ੍ਰੋਗਰਾਮ ਬਾਕਸ, ਜੋ ਸਟਾਰਟ ਬਟਨ ਤੋਂ ਬਾਅਦ ਉੱਪਰ ਦਿਖਾਈ ਦੇ ਰਿਹਾ ਹੁੰਦਾ ਹੈ ਉਸ ਵਿੱਚ ਅਸੀਂ ਐਕਸਪਲੋਰਰ ਟਾਈਪ ਕਰਕੇ ਐਂਟਰ ਪ੍ਰੈਸ ਕਰਾਂਗੇ ਤਾਂ ਆਪਣੇ ਆਪ ਵਿੰਡੋਜ਼ ਐਕਸਪਲੋਰਰ ਖੁੱਲ੍ਹ ਜਾਏਗਾ। ਡਿਫਰੈਂਟ ਵਿਊਜ਼ ਇਨ ਵਿੰਡੋਜ਼ ਐਕਸਪਲੋਰਰ। ਸੋ ਵਿੰਡੋਜ਼ ਐਕਸਪਲੋਰਰ ਦੇ ਵੱਖ-ਵੱਖ ਵਿਊਜ਼ ਬਾਰੇ ਵੇਖਾਂਗੇ ਕਿ ਕਿਸ ਤਰ੍ਹਾਂ ਅਸੀਂ ਉਸ ਦੇ ਆਈਕਨਸ ਨੂੰ ਸਮਾਲ, ਮੀਡੀਅਮ, ਲਾਰਜ, ਐਕਸਟਰਾ ਲਾਰਜ ਆਈਕਨਸ ਉਹਨਾਂ ਨੂੰ ਵੇਖ ਸਕਦੇ ਹਾਂ। ਸੋ ਹੁਣ ਅਸੀਂ ਫਸਟ ਤਰੀਕੇ ਨਾਲ ਪਹਿਲੋਂ ਵਿੰਡੋਜ਼ ਐਕਸਪਲੋਰਰ ਖੋਲ੍ਹਦੇ ਹਾਂ। ਉਸ ਲਈ ਮੈਂ ਵਿੰਡੋਜ਼ ਬਟਨ ਅਤੇ ਈ ਨੂੰ ਪ੍ਰੈਸ ਕੀਤਾ ਅਤੇ ਸਾਡੇ ਕੋਲ ਇਹ ਵਿੰਡੋ ਐਕਸਪਲੋਰਰ ਦੀ ਵਿੰਡੋ ਖੁੱਲ੍ਹ ਗਈ ਹੈ। ਸੋ ਇਸ ਵਿੱਚ ਅਸੀਂ ਵੇਖ ਸਕਦੇ ਹਾਂ ਕਿ ਇਹ ਖੱਬਾ ਪੇਨ ਹੈ ਅਤੇ ਇਹ ਸੱਜਾ ਪੇਨ ਹੈ, ਰਾਈਟ ਪੇਨ। ਸੋ ਇੱਧਰ ਜੋ ਵੀ ਦਿਖਾਈ ਦੇ ਰਿਹਾ ਹੈ ਇਹ ਡਰਾਈਵ ਹਨ। ਸੋ ਕੰਪਿਊਟਰ ਵਿੱਚ ਸੀ, ਡੀ ਇਹ ਡਰਾਈਵ ਹਨ, ਹਾਰਡ ਡਿਸਕ ਨੂੰ ਸ਼ੋਅ ਕਰਦੇ ਹਨ ਕਿ ਕੰਪਿਊਟਰ ਵਿੱਚ ਜੋ ਡਾਟਾ ਹੈ ਉਹ ਕੰਪਿਊਟਰ ਦੇ ਹਾਰਡ ਡਿਸਕ ਵਿੱਚ ਹੁੰਦਾ ਹੈ। ਸੋ ਹਾਰਡ ਡਿਸਕ ਦੇ ਦੋ ਭਾਗ ਹਨ, ਸੀ ਡਰਾਈਵ ਅਤੇ ਡੀ ਡਰਾਈਵ। ਸੋ ਇਹਨਾਂ ਦੇ ਵਿੱਚ ਜੇਕਰ ਆਪਾਂ ਖੱਬੇ ਪੇਨ 'ਤੇ ਕਲਿੱਕ ਕਰਦੇ ਹਾਂ ਸੀ ਡਰਾਈਵ 'ਤੇ, ਅਤੇ ਸੀ ਡਰਾਈਵ ਦੇ ਵਿੱਚ ਜਿੰਨੇ ਵੀ ਫੋਲਡਰਸ ਹਨ ਉਹ ਸਾਰੇ ਸ਼ੋਅ ਹੋ ਰਹੇ ਹਨ ਰਾਈਟ ਸਾਈਡ ਦੇ ਉੱਤੇ, ਰਾਈਟ ਪੇਨ ਦੇ ਵਿੱਚ। ਇਸੇ ਤਰ੍ਹਾਂ ਜੇਕਰ ਅਸੀਂ ਡੀ ਉੱਪਰ ਕਲਿੱਕ ਕਰਦੇ ਹਾਂ ਤਾਂ ਡੀ ਦੇ ਜਿੰਨੇ ਵੀ ਕੰਟੈਂਟਸ ਹਨ ਉਹ ਫੋਲਡਰ ਹਨ ਜਾਂ ਫਾਈਲਸ ਹਨ ਉਹ ਸੱਜੇ ਪਾਸੇ ਸ਼ੋਅ ਹੋਣ ਲੱਗ ਜਾਂਦੇ ਹਨ।
ਡੈਸਕਟਾਪ ਤੇ ਕਲਿੱਕ ਕਰਦੇ ਹਾਂ ਤਾਂ ਜੋ ਬਾਹਰ ਡੈਸਕਟਾਪ ਤੇ ਜਿੰਨੀਆਂ ਵੀ ਫਾਈਲਸ ਹਨ, ਜਿੱਦਾਂ ਪਿਛਲੀ ਵੀਡੀਓ ਵਿੱਚ ਅਸੀਂ ਵੇਖਿਆ ਸੀ ਕਿ ਕਿਸ ਤਰ੍ਹਾਂ ਅਸੀਂ ਡੈਸਕਟਾਪ ਉੱਪਰ ਫਾਈਲਸ ਸੇਵ ਕਰ ਸਕਦੇ ਹਾਂ। ਸੋ ਇਹ ਡੈਸਕਟਾਪ ਵਾਲੀਆਂ ਫਾਈਲਸ ਜਾਂ ਆਈਕਨਸ ਜੋ ਸਾਨੂੰ ਬਾਹਰ ਡੈਸਕਟਾਪ ਉੱਪਰ ਦਿਖਾਈ ਦੇ ਰਹੇ ਹਨ, ਇਹ ਸਾਡੇ ਵਿੰਡੋਜ਼ ਐਕਸਪਲੋਰਰ ਵੀ ਸਾਨੂੰ ਸ਼ੋਅ ਕਰਵਾ ਰਿਹਾ ਹੈ। ਸੋ ਅਸਲ ਵਿੱਚ ਵਿੰਡੋਜ਼ ਐਕਸਪਲੋਰਰ ਰਾਹੀਂ ਅਸੀਂ ਆਪਣੇ ਕੰਪਿਊਟਰ ਵਿੱਚ ਜਿੰਨੀਆਂ ਵੀ ਫਾਈਲਸ ਫੋਲਡਰਸ ਹਨ ਉਹ ਵੇਖ ਸਕਦੇ ਹਾਂ, ਉਹਨਾਂ ਨੂੰ ਐਕਸਪਲੋਰ ਕਰ ਸਕਦੇ ਹਾਂ। ਸੋ ਇਸੇ ਕਰਕੇ ਇਸ ਦਾ ਨਾਂ ਵਿੰਡੋਜ਼ ਐਕਸਪਲੋਰਰ ਹੈ। ਸੋ ਐਕਸਪਲੋਰਰ ਦਾ ਮਤਲਬ ਕਿ ਆਪਾਂ ਆਪਣੇ ਕੰਪਿਊਟਰ ਵਿੱਚੋਂ ਕੋਈ ਵੀ ਫਾਈਲ ਫੋਲਡਰ ਵੇਖ ਸਕਦੇ ਹਾਂ ਜਾਂ ਉਸ ਵਿੱਚ ਅੱਗੇ ਆਪਾਂ ਨਵੇਂ ਫੋਲਡਰ ਬਣਾ ਸਕਦੇ ਹਾਂ। ਸੋ ਇੱਥੇ ਅਸੀਂ ਨਵੇਂ ਫੋਲਡਰ ਵੀ ਕ੍ਰੀਏਟ ਕਰਾਂਗੇ, ਉਹਨਾਂ ਨੂੰ ਰੀਨੇਮ ਕਰਨਾ ਸਿੱਖਾਂਗੇ। ਸੋ ਉਹ ਅੱਜ ਦੇ ਲੈਸਨ ਵਿੱਚ ਹੀ ਹਨ, ਤੋਂ ਆਪਾਂ ਵੇਖਾਂਗੇ ਲੇਟਰ ਔਨ। ਸੋ ਇਹ ਸੱਜਾ ਪੇਨ ਹੈ, ਇਹ ਖੱਬਾ ਪੇਨ ਅਤੇ ਇਹ ਸੱਜਾ ਪੇਨ। ਸੋ ਜਿਸ ਵੀ ਡਰਾਈਵ ਉੱਪਰ ਆਪਾਂ ਕਲਿੱਕ ਕਰਦੇ ਹਾਂ ਉਹ ਸਾਹਮਣੇ ਦਿਖਾਈ ਦੇਣ ਲੱਗ ਜਾਂਦੀ ਹੈ। ਸੋ ਜੇਕਰ ਇਸ ਕੰਪਿਊਟਰ ਦੇ ਉੱਪਰ ਆਪਾਂ ਕੋਈ ਮੋਬਾਈਲ ਲਗਾਉਂਦੇ ਹਾਂ ਜਾਂ ਡਰਾਈਵ DVD ਵਗੈਰਾ DVD ਡਰਾਈਵ ਪਾਉਂਦੇ ਹਾਂ, ਸੋ ਇੱਥੇ ਆਪਾਂ ਰਾਈਟ ਕਲਿੱਕ ਕਰਾਂਗੇ ਅਤੇ ਇੱਥੇ ਆਪਾਂ ਇਜੈਕਟ ਕਰਾਂਗੇ। ਤਾਂ ਰਾਈਟ ਕਲਿੱਕ ਕਰਕੇ ਇਜੈਕਟ ਉੱਪਰ ਕਲਿੱਕ ਕਰਾਂਗੇ ਤਾਂ ਸਾਡਾ ਜੋ DVD ਡਰਾਈਵ ਕੰਪਿਊਟਰ ਨਾਲ DVD ਡਰਾਈਵ ਹੈ ਉਹ ਬਾਹਰ ਆ ਜਾਂਦਾ ਹੈ ਅਤੇ ਉਸ ਦੇ ਵਿੱਚ ਆਪਾਂ ਕੋਈ DVD ਪਾ ਸਕਦੇ ਹਾਂ ਤਾਂ ਉਹਦੇ ਕੰਟੈਂਟਸ ਵੀ ਵੇਖ ਸਕਦੇ ਹਾਂ। ਸੋ ਫਲੋਪੀ ਡਰਾਈਵ ਵੀ ਪਹਿਲੇ ਕੰਪਿਊਟਰਾਂ ਵਿੱਚ ਜੋ ਡਾਟਾ ਸਟੋਰ ਕਰਨ ਵਾਸਤੇ ਫਲੋਪੀ ਡਰਾਈਵਸ ਵੀ ਵਰਤੀਆਂ ਜਾਂਦੀਆਂ ਸਨ, ਪਰੰਤੂ ਅੱਜ ਕੱਲ੍ਹ ਇਹਨਾਂ ਦੀ ਜਗ੍ਹਾ ਪੈਨ ਡਰਾਈਵਸ ਨੇ ਲੈ ਲਈ ਹੈ। ਸੋ ਅਗਰ ਤੁਹਾਡੀ ਪੈਨ ਡਰਾਈਵ ਹੈ, ਜਦੋਂ ਵੀ ਤੁਸੀਂ ਆਪਣੀ ਪੈਨ ਡਰਾਈਵ ਕੰਪਿਊਟਰ ਨਾਲ ਅਟੈਚ ਕਰਦੇ ਹੋ ਤਾਂ ਇੱਥੇ ਤੁਹਾਨੂੰ ਇਸ ਤਰ੍ਹਾਂ ਦਾ ਰਿਮੂਵੇਬਲ ਸਟੋਰੇਜ ਡਿਵਾਈਸ ਉਹ ਤੁਹਾਡੀ ਇਸੇ ਤਰ੍ਹਾਂ ਹੀ ਸ਼ੋਅ ਹੋ ਜਾਏਗੀ। ਸੋ ਉਹਨੂੰ ਹੋ ਸਕਦਾ ਹੈ ਕਿ F ਡਰਾਈਵ ਇੱਥੇ ਸ਼ੋਅ ਹੋਣ ਲੱਗ ਜਾਵੇ। ਹੁਣ ਮੈਂ ਆਪਣਾ ਮੋਬਾਈਲ USB ਡੇਟਾ ਕੇਬਲ ਦੇ ਨਾਲ ਕੰਪਿਊਟਰ ਨਾਲ ਅਟੈਚ ਕਰ ਰਿਹਾ ਹਾਂ। ਕੰਪਿਊਟਰ ਨਾਲ ਅਟੈਚ ਕਰਦੇ ਸਾਰ ਹੀ ਸਾਡੇ ਕੋਲ ਮੋਬਾਈਲ ਦਾ ਇਸ ਤਰ੍ਹਾਂ ਮੈਸੇਜ ਸਕਰੀਨ ਉੱਪਰ ਸ਼ੋਅ ਹੋ ਜਾਂਦਾ ਹੈ। ਸੋ ਆਪਾਂ ਇੱਥੇ ਕਲਿੱਕ ਕਰਕੇ ਓਪਨ ਡਿਵਾਈਸ ਟੂ ਵਿਊ ਫਾਈਲਸ ਇਸ ਤਰ੍ਹਾਂ ਵੀ ਖੋਲ੍ਹ ਸਕਦੇ ਹਾਂ। ਸੋ ਸਾਡੇ ਮੋਬਾਈਲ ਦੇ ਵਿੱਚੋਂ ਇੱਕ ਅਲਾਓ ਬਟਨ, ਮੋਬਾਈਲ ਦੇ ਵਿੱਚ ਨਾਲ ਹੀ ਇੱਕ ਮੈਸੇਜ ਸ਼ੋਅ ਹੋ ਜਾਂਦਾ ਹੈ ਅਲਾਓ ਅਸੈਸ ਟੂ ਫੋਨ ਡੇਟਾ। ਸੋ ਆਪਾਂ ਉੱਥੇ ਅਲਾਓ ਕਰਾਂਗੇ ਤਾਂ ਸਾਡਾ ਮੋਬਾਈਲ ਦੇ ਕੰਟੈਂਟਸ ਜੋ ਹਨ, ਜੋ ਵੀ ਮੋਬਾਈਲ ਦੀ ਮੈਮਰੀ ਵਿੱਚ ਡੇਟਾ ਹੈ ਉਹ ਵੀ ਸ਼ੋਅ ਹੋ ਸਕਦਾ ਹੈ। ਸੋ ਹੁਣ ਆਪਾਂ ਕੰਪਿਊਟਰ 'ਤੇ ਕਲਿੱਕ ਕਰਕੇ ਵੇਖਦੇ ਹਾਂ ਤਾਂ ਸਾਡੇ ਕੋਲ ਪੋਰਟੇਬਲ ਡਿਵਾਈਸਿਸ ਦੇ ਵਿੱਚ ਆਪਣੇ ਆਪ ਹੀ ਇੱਕ ਹੋਰ ਨਵਾਂ ਆਈਕਨ ਆ ਗਿਆ ਹੈ। ਸੋ ਇਹ ਮੋਬਾਈਲ ਦਾ ਆਈਕਨ ਹੈ। ਸੋ ਇਹਦੇ ਉੱਪਰ ਆਪਾਂ ਕਲਿੱਕ ਕਰਦੇ ਹੋਏ ਮੋਬਾਈਲ ਫੋਨ ਵਿੱਚ ਜੋ ਡੇਟਾ ਹੈ ਉੱਥੋਂ ਆਪਾਂ ਕੋਈ ਡੇਟਾ ਕਾਪੀ ਕਰ ਸਕਦੇ ਹਾਂ, ਡਿਲੀਟ ਕਰ ਸਕਦੇ ਹਾਂ ਜਾਂ ਕੋਈ ਵੀ ਆਪਰੇਸ਼ਨ ਇਸ ਵਿੱਚ ਕਰ ਸਕਦੇ ਹਾਂ। ਸੋ ਅੱਗੇ ਅਸੀਂ ਵੇਖਾਂਗੇ ਕਿਸ ਤਰ੍ਹਾਂ ਆਪਾਂ ਮੋਬਾਈਲ ਤੋਂ ਡਾਟਾ ਕਾਪੀ ਪੇਸਟ ਕਰ ਸਕਦੇ ਹਾਂ। ਸੋ ਫਿਲਹਾਲ ਅਸੀਂ ਵੇਖਦੇ ਹਾਂ ਕਿ ਇਸ ਨਾਲ ਸਾਡੇ ਕੋਲ ਮੋਬਾਈਲ ਦਾ ਡੇਟਾ, ਜਿਸ ਤਰ੍ਹਾਂ ਅਸੀਂ ਪੈਨ ਡਰਾਈਵ ਦਾ ਡੇਟਾ ਯੂਜ਼ ਕਰ ਸਕਦੇ ਹਾਂ, ਇਸੇ ਤਰ੍ਹਾਂ ਮੋਬਾਈਲ ਵਿਚਲਾ ਡੇਟਾ ਵੀ ਕੋਈ ਯੂਜ਼ ਕਰ ਸਕਦੇ ਹਾਂ। ਹੁਣ ਅਸੀਂ ਐਕਸਪਲੋਰਰ ਨੂੰ ਖੋਲ੍ਹਣ ਦਾ ਦੂਸਰਾ, ਤੀਸਰਾ ਅਤੇ ਚੌਥਾ ਤਰੀਕਾ ਵੇਖਦੇ ਹਾਂ। ਸੋ ਦੂਸਰਾ ਤਰੀਕਾ ਹੈ ਕਿ ਆਲ ਪ੍ਰੋਗਰਾਮਸ 'ਤੇ ਜਾਓ ਅਤੇ ਉਸ ਤੋਂ ਬਾਅਦ ਅਸੈਸਰੀਜ਼ ਤੋਂ ਬਾਅਦ ਵਿੰਡੋਜ਼ ਐਕਸਪਲੋਰਰ। ਸੋ ਇੱਥੇ ਕਲਿੱਕ ਕਰਦੇ ਸਾਰ ਹੀ ਇਸੇ ਤਰ੍ਹਾਂ ਸੇਮ ਵਿੰਡੋਜ਼ ਐਕਸਪਲੋਰਰ ਖੁੱਲ੍ਹ ਜਾਂਦਾ ਹੈ। ਜਾਂ ਫਿਰ ਤੁਸੀਂ ਵਿੰਡੋ ਕੀ +R तो उस नाल साडे कोले रन बॉक्स आ जाता है। सो रन बॉक्स विच भी एक्सप्लोर लिखते सार ही एक्सप्लोरर साडे कोल विंडोज़ एक्सप्लोरर खुल जाता है। सो इस तरीके भी असी विंडोज़ एक्सप्लोरर नू खोल सकते हाँ। विंडोज़ विचले वख-वख व्यूज़। सो विंडोज़ दे वख-वख व्यूज़ जिस तरह असी वेख रहे सी कि स्मॉल आइकन, लार्ज आइकन, टाइटल, ये व्यूज़ जो हैं टाइल्स आइकन व्यूज़, लिस्ट आइकन व्यू, ये कित्थे हैं वो वेखते हैं। सो ये व्यू साडे इत्थे हैं
ਮੋਰ ਆਪਸ਼ਨ ਵਿੱਚ ਜਦੋਂ ਤੁਸੀਂ ਵੇਖਦੇ ਹੋ ਤਾਂ ਕੰਟੈਂਟਸ ਨੂੰ ਸਮਾਲ, ਲਾਰਜ, ਐਕਸਟਰਾ ਲਾਰਜ ਇਸ ਤਰ੍ਹਾਂ ਅਸੀਂ ਸਾਡੇ ਕੰਟੈਂਟਸ ਉਹੀ ਰਹਿੰਦੇ ਹਨ। ਸਪੋਜ਼ ਆਪਾਂ ਡੀ ਦੇ ਉੱਪਰ ਵੇਖਦੇ ਹਾਂ ਕਿ ਇਹ ਸਾਡੇ ਕੰਟੈਂਟਸ ਹਨ, ਇਹ ਫੋਲਡਰ ਹਨ, ਇਹ ਫਾਈਲਾਂ ਹਨ। ਸੋ ਜਦੋਂ ਆਪਾਂ ਵਿਊ ਵੇਖਦੇ ਹਾਂ ਤਾਂ ਵੇਖਣਾ ਪ੍ਰੈਕਟੀਕਲ ਕੰਪਿਊਟਰ ਕੋਰਸ। ਸੋ ਇੱਥੇ ਵੇਖੋ ਐਕਸਟਰਾ ਲਾਰਜ, ਸੋ ਇਸ ਤਰ੍ਹਾਂ ਸ਼ੋ ਹੋ ਗਿਆ ਹੈ। ਪ੍ਰੈਕਟੀਕਲ ਕੰਪਿਊਟਰ ਕੋਰਸ ਦਾ ਆਈਕਨ ਐਕਸਟਰਾ ਲਾਰਜ ਸ਼ੋ ਹੋ ਰਿਹਾ ਹੈ। ਸੋ ਜੇਕਰ ਅਸੀਂ ਦੂਸਰਾ ਵਿਊ ਲਾਰਜ ਆਈਕਨ ਵੇਖਦੇ ਹਾਂ ਤਾਂ ਇਸ ਤਰ੍ਹਾਂ ਦੇ ਆਈਕਨਸ ਸ਼ੋ ਹੁੰਦੇ ਹਨ। ਸਮਾਲ ਆਈਕਨ ਵੇਖਦੇ ਹਾਂ ਤਾਂ ਸਮਾਲ ਆਈਕਨਸ। ਡੇਟਾ ਉਹੀ ਹੈ, ਵਿਊਜ਼ ਵੱਖ-ਵੱਖ ਤਰੀਕੇ ਹਨ ਕਿ ਅਸੀਂ ਕਿਸ ਤਰ੍ਹਾਂ ਡਾਟਾ ਨੂੰ ਵੇਖਣਾ ਹੈ। ਸੋ ਮੀਡੀਅਮ ਕਰ ਲਓ, ਇਹ ਤੁਹਾਡੇ 'ਤੇ ਡਿਪੈਂਡ ਕਰਦਾ ਹੈ, ਤੁਹਾਡੀ ਇੱਛਾ ਅਨੁਸਾਰ। ਲਿਸਟ ਦੇ ਵਿੱਚ ਸਾਨੂੰ ਇਸ ਤਰ੍ਹਾਂ ਲਿਸਟ ਬਣ ਕੇ ਕੰਟੈਂਟਸ ਦੀ ਦਿਖਾਈ ਦਿੰਦੀ ਹੈ। ਡਿਟੇਲ ਵਿਊ ਥੋੜ੍ਹਾ ਇੰਪੋਰਟੈਂਟ ਹੈ। ਇਸ ਵਿੱਚ ਮੋਡੀਫਾਈਡ ਡੇਟ ਕਿ ਕਦੋਂ ਇਸ ਫਾਈਲ ਨੂੰ ਚੇਂਜ ਕੀਤਾ ਸੀ, ਜਿਵੇਂ ਆ ਡੇਟ ਅਤੇ ਟਾਈਮ ਵੀ ਸ਼ੋ ਹੋ ਰਿਹਾ ਹੈ ਕਿ ਕਦੋਂ ਇਸ ਫਾਈਲ ਨੂੰ ਚੇਂਜ ਕੀਤਾ ਸੀ। ਸੋ ਫਾਈਲ ਦਾ ਸਾਈਜ਼ ਵੀ ਦਿਖਾਈ ਦੇ ਰਿਹਾ ਹੈ, 11 KB ਹੈ, 27 KB ਹੈ। ਸੋ ਫੋਲਡਰ ਦਾ ਸਾਈਜ਼ ਜੋ ਫੋਲਡਰ ਵਿਚਲੀ ਕਿਸੇ ਵੀ ਫਾਈਲ ਦਾ ਅਸੀਂ ਜੋ ਸਾਈਜ਼ ਹੈ ਉਹ ਵੀ ਵੇਖ ਸਕਦੇ ਹਾਂ। ਇਸੇ ਤਰ੍ਹਾਂ ਟਾਈਲਸ ਵਿਊ ਸਾਨੂੰ ਇਸ ਤਰ੍ਹਾਂ ਡੇਟਾ ਵਿਖਾਉਂਦਾ ਹੈ ਅਤੇ ਕੰਟੈਂਟ ਵਿਊ ਇਸ ਤਰ੍ਹਾਂ ਸਾਨੂੰ ਡੇਟਾ ਵਿਖਾਉਂਦਾ ਹੈ। ਸੋ ਇਹ ਡੇਟਾ ਨੂੰ ਵੇਖਣ ਦੀਆਂ, ਫੋਲਡਰਸ ਨੂੰ, ਫਾਈਲਸ ਨੂੰ ਵੇਖਣ ਦੀ ਵੱਖ-ਵੱਖ ਵਿਧੀਆਂ ਹਨ ਜਿਨ੍ਹਾਂ ਰਾਹੀਂ ਅਸੀਂ ਆਪਣੀ ਫਾਈਲਸ ਆਪਣੀ ਮਰਜ਼ੀ ਨਾਲ ਵੇਖ ਸਕਦੇ ਹਾਂ। ਸੋ ਜਿਸ ਤਰ੍ਹਾਂ ਵੀ ਤੁਹਾਨੂੰ ਕਨਵੀਨੀਅੰਟ ਲੱਗਦਾ ਹੈ ਤੁਸੀਂ ਉਹੀ ਇੱਥੇ ਸੈੱਟ ਕਰ ਲੈਣਾ। ਜਿਸ ਤਰ੍ਹਾਂ ਮੈਨੂੰ ਇਸ ਵਿੱਚ ਲੱਗਦਾ ਹੈ ਕਿ ਮੈਂ ਲਿਸਟ ਵਿਊ ਮੈਨੂੰ ਵਧੀਆ ਲੱਗਦਾ ਹੈ ਤਾਂ ਮੈਂ ਇੱਥੇ ਲਿਸਟ ਵਿਊ ਹੀ ਰੱਖਦਾ ਹਾਂ। ਸੋ ਇਹ ਤੁਹਾਡੀ ਮਰਜ਼ੀ ਹੈ ਕਿ ਤੁਸੀਂ ਇਸ ਨੂੰ ਕਿਹੜੇ ਵਿਊ ਨਾਲ ਵੇਖਣਾ ਹੈ। ਫਾਈਲਸ ਅਤੇ ਡੇਟਾ ਅਤੇ ਫੋਲਡਰ ਸੇਮ ਹੀ ਹਨ, ਜਸਟ ਉਹਨੂੰ ਵੇਖਣ ਦਾ ਇੱਕ ਤਰੀਕਾ ਹੈ। ਸੋ ਇਸ ਤਰ੍ਹਾਂ ਐਕਸਪਲੋਰਰ ਦੇ ਵੱਖ-ਵੱਖ ਵਿਊਜ਼ ਜਿਹੜੇ ਹਨ ਉਹ ਅਸੀਂ ਵੇਖ ਸਕਦੇ ਹਾਂ। ਅੱਗੇ ਅਸੀਂ ਵੇਖਾਂਗੇ ਹਾਊ ਟੂ ਮੇਕ ਅ ਫੋਲਡਰ ਇਨ ਐਨੀ ਡਰਾਈਵ ਐਂਡ ਸੇਵ ਫਾਈਲਸ ਇਨ ਇਟ। ਬਈ ਕਿਸ ਤਰ੍ਹਾਂ ਅਸੀਂ ਕਿਸੇ ਵੀ ਫੋਲਡਰ ਡਰਾਈਵ 'ਤੇ ਆਪਣਾ ਨਵਾਂ ਫੋਲਡਰ ਬਣਾ ਸਕਦੇ ਹਾਂ ਅਤੇ ਉਹਦੇ ਵਿੱਚ ਫਾਈਲਾਂ ਕਿਸ ਤਰ੍ਹਾਂ ਸੇਵ ਕਰ ਸਕਦੇ ਹਾਂ। ਸਪੋਜ਼ ਅਸੀਂ ਸੀ ਡਰਾਈਵ ਉੱਪਰ ਇੱਕ ਫੋਲਡਰ ਕ੍ਰੀਏਟ ਕਰਨਾ ਹੈ। ਸੋ ਅਸੀਂ ਫੋਲਡਰ ਕ੍ਰੀਏਟ ਕਰਨ ਲਈ ਇਸ ਉੱਪਰ ਕਿਸੇ ਵੀ ਖਾਲੀ ਜਗ੍ਹਾ ਦੇ ਉੱਪਰ ਕਿਸੇ ਵੀ ਖਾਲੀ ਸਥਾਨ 'ਤੇ ਰਾਈਟ ਕਲਿੱਕ ਕਰਾਂਗੇ, ਨਿਊ ਫੋਲਡਰ। ਸੋ ਇੱਕ ਤਰੀਕਾ ਇਹ ਹੈ। ਦੂਸਰਾ ਤਰੀਕਾ ਸਾਹਮਣੇ ਨਿਊ ਫੋਲਡਰ ਬਟਨ ਹੈ, ਇਸ ਉੱਪਰ ਕਲਿੱਕ ਕਰ ਦੇਣਾ ਹੈ। ਸੋ ਇਸ ਨਾਲ ਸਾਡੇ ਕੋਲ ਇੱਕ ਖਾਲੀ ਐਮਟੀ ਫੋਲਡਰ ਆ ਗਿਆ ਹੈ। ਅਸੀਂ ਇਸ ਦਾ ਨਾਮ ਸਪੋਜ਼ ਸਕੂਲ ਰੱਖਣਾ ਹੈ ਤਾਂ ਸਕੂਲ ਰੱਖ ਲਿਆ ਅਤੇ ਉਸ ਤੋਂ ਬਾਅਦ ਅਸੀਂ ਐਂਟਰ ਪ੍ਰੈਸ ਕਰ ਦੇਵਾਂਗੇ। ਸੋ ਇਹ ਨਵਾਂ ਫੋਲਡਰ ਆਪਣਾ ਇੱਕ ਕ੍ਰੀਏਟ ਹੋ ਗਿਆ ਹੈ। ਬਾਹਰ ਕਲਿੱਕ ਕਰਦੇ ਸਾਰ ਹੀ ਉਹ ਸਿਲੈਕਟ ਅਨਸਿਲੈਕਟ, ਸੋ ਸਿਲੈਕਟ ਕਰਨਾ ਹੈ ਜਾਂ ਅਨਸਿਲੈਕਟ ਕਰਨਾ, ਬਾਹਰ ਕਲਿੱਕ ਕਰ ਦਿਓ। ਸੋ ਇਹ ਸਾਡਾ ਫੋਲਡਰ ਬਣ ਗਿਆ ਹੈ। ਸੋ ਇਹਨੂੰ ਖੋਲ੍ਹਣਾ ਹੋਏ ਇਸ ਉੱਪਰ ਡਬਲ ਕਲਿੱਕ ਕਰਾਂਗੇ, ਇਹ ਛੇਤੀ ਡਬਲ ਕਲਿੱਕ ਕਰਾਂਗੇ ਤਾਂ ਸਾਡੇ ਕੋਲ ਇਹ ਫੋਲਡਰ ਖੁੱਲ੍ਹ ਜਾਂਦਾ ਹੈ। ਅਜੇ ਤੱਕ ਇਸ ਫੋਲਡਰ ਵਿੱਚ ਕੋਈ ਵੀ ਫਾਈਲ ਮੌਜੂਦ ਨਹੀਂ ਹੈ। ਅਸੀਂ ਇਹ ਬੈਕ ਬਟਨ ਨਾਲ ਬੈਕ ਜਾ ਸਕਦੇ ਹਾਂ। ਸੋ ਬੈਕ ਤੁਸੀਂ ਜਿੰਨਾ ਵੀ ਤੁਸੀਂ ਪਿੱਛੇ ਕੰਮ ਵੇਖਿਆ ਬੈਕ ਜਾ ਕੇ ਵੇਖ ਸਕਦੇ ਹੋ ਅਤੇ ਫਾਰਵਰਡ ਜਾ ਕੇ ਅੱਗੇ ਜਾ ਸਕਦੇ ਹਾਂ ਆਪਾਂ ਫਾਰਵਰਡ ਤੋਂ। ਸੋ ਇਸ ਤਰ੍ਹਾਂ ਇਸ ਫੋਲਡਰ ਦੇ ਵਿੱਚ ਅਗਰ ਤੁਹਾਡੇ ਕੋਲ ਕਈ ਵਾਰ ਇਸ ਤਰ੍ਹਾਂ ਹੁੰਦਾ ਹੈ ਕਿ ਅਸੀਂ ਕਲਿੱਕ ਕਰਦੇ ਹਾਂ ਤਾਂ ਇਸ ਤਰ੍ਹਾਂ ਹੋ ਜਾਂਦਾ ਹੈ। ਸੋ ਇਹ ਰੀਨੇਮ ਵਾਲੀ ਸਥਿਤੀ 'ਚ ਖੁੱਲ੍ਹ ਗਿਆ ਹੈ। ਸੋ ਇਹ ਰੀਨੇਮ ਨਹੀਂ ਕਰਨਾ, ਬਾਹਰ ਕਲਿੱਕ ਕਰ ਲੈਣਾ ਅਤੇ ਇਸ ਕਲਿੱਕ ਕਰਕੇ ਐਂਟਰ ਪ੍ਰੈਸ ਕਰ ਦੇਣਾ, ਕੀਬੋਰਡ ਉੱਪਰ ਐਂਟਰ ਪ੍ਰੈਸ ਕਰ ਦੇਣਾ। ਸੋ ਇਸ ਤਰ੍ਹਾਂ ਵੀ ਅਸੀਂ ਫੋਲਡਰ ਨੂੰ ਖੋਲ੍ਹ ਸਕਦੇ ਹਾਂ। ਜਿਸ ਨੂੰ ਫੋਲਡਰ ਨੂੰ ਤੁਹਾਡੇ ਖੋਲ੍ਹਣ ਵਿੱਚ ਕੋਈ ਦਿੱਕਤ ਆਉਂਦੀ ਹੈ ਡਬਲ ਕਲਿੱਕ 'ਚ, ਤਾਂ ਤੁਸੀਂ ਇਸ ਉੱਪਰ ਜਸਟ ਇੱਕ ਕਲਿੱਕ ਕਰਕੇ ਅਤੇ ਐਂਟਰ ਪ੍ਰੈਸ ਕਰ ਦੇਣਾ ਹੈ ਤਾਂ ਤੁਸੀਂ ਉਸ ਫੋਲਡਰ ਦੇ ਵਿੱਚ ਆ ਜਾਓਗੇ। ਸੋ ਉਸ ਫੋਲਡਰ ਦੇ ਵਿੱਚ ਕੋਈ ਵੀ ਫਾਈਲ ਜਿਹੜੀ ਹੈ ਉਹ ਨਹੀਂ ਮੌਜੂਦ ਹੈ। ਸੋ ਹੁਣ ਅਸੀਂ ਵੇਖਦੇ ਹਾਂ ਕਿ ਇਹ ਜੋ ਫੋਲਡਰ ਅਸੀਂ ਬਣਾਇਆ ਸੀ ਡਰਾਈਵ 'ਤੇ ਸਕੂਲ ਨਾਂ ਦਾ, ਸੋ ਇਸ ਦੇ ਵਿੱਚ ਫਾਈਲ ਕਿਸ ਤਰ੍ਹਾਂ ਸੇਵ ਕਰਨੀ ਹੈ। ਸੋ ਚਲੋ ਵੇਖਦੇ ਹਾਂ। ਸੋ ਇਹਨੂੰ ਕਲੋਜ਼ ਕਰ ਦਿੰਦੇ ਹਾਂ ਵਿੰਡੋ ਐਕਸਪਲੋਰਰ ਨੂੰ, ਸਟਾਰਟ
फाइल तुसी किसी भी प्रोग्राम में चाहे बनाई होए, चाहे पेंट विच ही बना लेंदे हाँ। सो चलो पेंट दे विच बनाते हाँ, जिस तरह असी डेस्कटॉप ते फाइल सेव की सी। सो इस विच भी असी फाइल्स जो है वो सेव करके वेखते हाँ। सो आपां कुछ ड्राइंग बनाते हाँ ਅਤੇ ਉਸ ਨੂੰ ਆਪਣੇ ਫੋਲਡਰ ਦੇ ਵਿੱਚ ਸੇਵ ਕਰਦੇ ਹਾਂ। ਸਪੋਜ਼ ਇਹ ਆਪਾਂ ਡਰਾਇੰਗ ਬਣਾ ਲਈ ਹੈ, ਇਸ ਨੂੰ ਸੇਵ ਕਰਨ ਲੱਗਿਆ ਫਾਈਲ ਸੇਵ। ਹੁਣ ਸੇਵ ਕਰਨ ਲੱਗਿਆ ਅਸੀਂ ਦੱਸਾਂਗੇ ਕਿ ਅਸੀਂ ਆਪਣੀ ਫਾइल सी ड्राइव ਉੱਪਰ ਸਕੂਲ ਨਾਮ ਦੇ ਫੋਲਡਰ ਵਿੱਚ ਸੇਵ ਕਰਨੀ ਹੈ। ਸੋ ਉਸ ਲਈ ਸਭ ਤੋਂ ਪਹਿਲਾਂ ਅਸੀਂ सी ड्राइव ਉੱਪਰ ਜਾਵਾਂਗੇ। ਕਲਿੱਕ ਕਰਦੇ ਸਾਰ ਹੀ सी ड्राइव ਦੇ ਕੰਟੈਂਟਸ ਦਿਖਦੇ ਆ। ਸਕੂਲ ਫੋਲਡਰ ਦਿਖ ਗਿਆ ਹੈ, ਇਸ ਉੱਪਰ ਕਲਿੱਕ ਕਰਾਂਗੇ ਅਤੇ ਐਂਟਰ ਪ੍ਰੈਸ ਕਰ ਦੇਵਾਂਗੇ। ਸੋ ਇਹ ਸਕੂਲ ਫੋਲਡਰ ਖੁੱਲ ਗਿਆ ਹੈ। ਸੋ ਇੱਥੋਂ ਸਾਨੂੰ ਪਤਾ ਲੱਗਦਾ ਹੈ ਕਿ ਉਹ ਸਕੂਲ ਫੋਲਡਰ सी ड्राइव ਵਾਲਾ ਖੁੱਲ ਚੁੱਕਾ ਹੈ। ਅਤੇ ਹੁਣ ਅਸੀਂ ਫਾइल जो सेव करनी है उस दा नाम रख देने हाँ। सो उस दा नाम असी मून फाइल रख दिता है ਅਤੇ सेव करते सार ही ये फाइल जो है अपने फोल्डर विच सेव हो चुकी है। एक होर फाइल बना लेंदे हाँ। सो इस फाइल ਨੂੰ सेव करते हाँ। फाइल सेव। सो असी वेख रहे हैं साडे फोल्डर की फाइल जो मून है वो भी दिखाई दे रहा है, उसका आइकन भी दिखाई दे रहा है। हुण इस फाइल ਨੂੰ भी असी नाम दे के सेव करते हाँ। तो ये फाइल की लोकेशन भी स्कूल विच ही है। स्कूल फोल्डर एक बैग की तरह है। जिस तरह असी बैग दे विच कोई चीज़ां रख लेंदे हाँ, इस तरह अपने फोल्डर के विच तुसी हज़ारां ही फाइल्स जिहड़ियां वो सेव करके रख सकते हो। सो सेव। सो वेखते हाँ कि वो फाइल्स साड़ियाँ अवेलेबल है कि नहीं है। सो असी विंडोज़ आर प्रैस करिया, रन बॉक्स आ गया, ये एक्सप्लोरर लिखा और ओके प्रैस किया। सो विंडोज़ एक्सप्लोरर खुल गया है। सो मैं इसका व्यू जो है वो लिस्ट व्यू कर लिया है। ਅਤੇ सी ਉੱਪਰ क्लिक करन ते सी ड्राइव ते तो अपना फोल्डर दिखाई दे रहा है। इस फोल्डर ते डबल क्लिक करके साडे कोले दो फाइल्स जो हुणे हुणे असी सेव कीतियां हन वो इस विच मौजूद हैं। सो इस तरह तुसी ड्राइव ਉੱਪਰ अपना फोल्डर बना के अपनी फाइल्स सेव कर सकते हो। हुण अगे वेखदे हाँ कि रीसाइकल बिन की हुंदा है। What is recycle bin? In Windows ਦੇ ਵਿੱਚ the recycle bin is a folder or directory। सो एक folder ਜਾਂ ਇਸ ਨੂੰ directory ਕਹਿ ਦਿੰਦੇ ਹਨ। where ਜਿੱਥੇ deleted items are temporarily stored, ਜਿੱਥੇ delete ਕੀਤੀਆਂ ਹੋਈਆਂ ਫਾਈਲਾਂ temporarily store ਹੁੰਦੀਆਂ ਹਨ। The files in the recycle bin can be restored to their original location। सो उन्होंने जितों भी आप ओरिजिनल लोकेशन तो जितों भी डिलीट करांगे उत्थे दोबारा उन्होंने रीस्टोर भी कर सकते हैं। दे कांट बी यूज्ड डायरैक्टली वाइल दे आर इन द रीसाइकल बिन। सो जिन्ना चिर तक वो रीसाइकल बिन दे विच हन असी उन्होंने डायरैक्टली यूज़ नहीं कर सकते। उन्होंने असी रीस्टोर करके दोबारा वापस तो फिर आप उन्होंने यूज़ कर सकते हैं। सो हुण वेखते हाँ कि हाउ टू डिलीट रीस्टोर एंड परमानेंटली डिलीट फाइल्स। सो किस तरह असी फाइलां असी वेखते हाँ कि फाइल नूं किस तरह डिलीट करना है। सो मैं विंडो एक्सप्लोरर खोल रहा हाँ अते अपना फोल्डर जो आपां सी ड्राइव उपर स्कूल फोल्डर बनाया सी इस विच असी फाइल सेव कीतियां सन। सो कोई भी फाइल तुसी डिलीट करनी होए उस उपर क्लिक करो अते डिलीट बटन कीबोर्ड उपर प्रैस कर दिओ।
जेकर ज़्यादा फाइल्स डिलीट करनिया होण तां तुसीं खाली जगह उपर क्लिक करके इस तरह बॉक्स बना देना उन्हां फाइल्स के आले दुआले। सो इस तरह ज़्यादा फाइल्स सिलैक्ट हो जाएंगियां। ਜਾਂ फिर तुसीं कंट्रोल प्रैस कर लो ਅਤੇ फाइल्स जो डिलीट करनियां हैं उन्हां उपर क्लिक करते जाओ कंट्रोल प्रैस किए हुए। सो इस तरह भी ज़्यादा फाइल्स असीं सिलैक्ट कर सकते हाँ। सो डिलीट करने लिए असीं कीबोर्ड के उपर डिलीट बटन प्रैस करते हाँ तो अपने कोल इस तरह मैसेज आ जाता है, आर यू श्योर यू वॉन्ट टू मूव दीज फाइल्स दीज आइटम्स टू द रीसाइकल बिन, कि तुसीं ये रीसाइकल बिन च मूव करनियां। ਆਪਾਂ ਯੈਸ ਪ੍ਰੈਸ ਕਰਦੇ ਹਾਂ। ਸੋ ਇਹ ਫਾਈਲਸ ਸਾਡੀਆਂ ਸਕੂਲ ਵਾਲੇ ਫੋਲਡਰ ਦੇ ਵਿੱਚੋਂ ਡਿਲੀਟ ਹੋ ਚੁੱਕੀਆਂ ਹਨ ਅਤੇ ਇਹਨੂੰ ਆਪਾਂ ਬੰਦ ਕਰ ਦਿੰਦੇ ਹਾਂ। ਇਹ ਫਾਈਲਸ ਰੀਸਾਈਕਲ ਬਿਨ, ਇਹ ਜੋ ਰੀਸਾਈਕਲ ਬਿਨ ਹੈ ਸੋ ਇਸ ਵਿੱਚ ਫਾਈਲਾਂ ਪਹੁੰਚ ਗਈਆਂ ਹਨ। ਸੋ ਇਹ ਫਾਈਲਾਂ ਡਿਲੀਟ ਹੋਈਆਂ ਫਾਈਲਾਂ ਜੋ ਵੀ ਕਿਸੇ ਨੇ ਡਿਲੀਟ ਕੀਤੀਆਂ ਸਨ ਪਹਿਲੋਂ ਵੀ ਉਹ ਇੱਥੇ ਵਿੱਚ ਮੌਜੂਦ ਹਨ। ਸੋ ਆਪਣੀਆਂ ਫਾਈਲਸ ਵੇਖਦੇ ਹਾਂ ਕਿ ਮੂਨ ਫਾਈਲ ਅਤੇ ਕਾਈਟ ਇਹ ਦੋਵੇਂ ਫਾਈਲਾਂ ਜਿਹੜੀਆਂ ਸਾਡੀਆਂ ਅਸੀਂ ਪੇਂਟ ਵਿੱਚ ਬਣਾਈਆਂ ਸਨ ਉਹ ਇੱਥੇ ਮੌਜੂਦ ਹਨ। ਸੋ ਜੇਕਰ ਤੁਸੀਂ ਇਹਨਾਂ ਨੂੰ ਕਿਸੇ ਫਾਈਲ ਨੂੰ ਰੀਸਟੋਰ ਕਰਵਾਉਣਾ ਹੈ, ਸਪੋਜ਼ ਮੈਂ ਮੂਨ ਫਾਈਲ ਨੂੰ ਰੀਸਟੋਰ ਕਰਵਾਉਣਾ ਹੈ ਤਾਂ ਇਹਦੇ ਉੱਪਰ ਕਲਿੱਕ ਕਰਕੇ ਸਾਡੇ ਕੋਲ ਜਾਂ ਇਸ ਉੱਪਰ ਤੁਸੀਂ ਇਸ ਉੱਪਰ ਰਾਈਟ ਕਲਿੱਕ ਕਰ ਦੇਣਾ ਹੈ ਅਤੇ ਰੀਸਟੋਰ ਉੱਪਰ ਕਲਿੱਕ ਕਰ ਦੇਣਾ ਹੈ। ਸੋ ਇਸ ਤਰ੍ਹਾਂ ਇਹ ਫਾਈਲ ਇੱਥੋਂ ਫਿਰ ਦੁਬਾਰਾ अपनी ओरिजिनल लोकेशन ते पहुँच चुकी है। सपोज काइट वाली फाइल असी रीस्टोर नहीं करते, चलो चेक करते हाँ कि साडे फोल्डर विच वो फाइल पहुँची है या नहीं। सो इत्थों भी तुसी ये भी एक्सप्लोरर ही खुला है। सो इत्थे आपां सी उपर क्लिक करके स्कूल उपर वेख सकते हाँ कि साडी फाइल दोबारा वापस साडे फोल्डर स्कूल विच पहुँच चुकी है। सो जेकर असी रीसाइकल बिन नूं एम्प्टी कर देवांगे, इत्थे अपने कोल एम्प्टी दा रीसाइकल बिन रीस्टोर ऑल आइटम्स। सो जे असीं रीस्टोर कर देंगे ऑल आइटम्स, सो जितों जितों भी जिहड़ी लोकेशन तो अगर डेस्कटॉप तो डिलीट हुई है तो वो डेस्कटॉप ते फाइल चली जाएगी। अगर होर किसी लोकेशन सी जां डी ड्राइव तो जां किसी भी जिहड़े भी फोल्डर दे विचों ये फाइल्स डिलीट होकर आईयां हन उत्थे वापस सारियां ਦੀਆਂ सारियां चलियां जाणगीਆਂ। परंतु जेकर आप एम्प्टी रीसाइकल बिन कर देवांगे तो फिर की होएगा, फिर ये परमानेंटली डिलीट हो जाएंगियां। अपन मैसेज आ गया है, आर यू श्योर यू वांट टू परमानेंटली डिलीट दीज 37 आइटम्स, यस। अगर असीं यस कर देंगे तो ये फाइल्स कभी भी वापस नहीं आउणगियां। सो परमानेंटली डिलीट करनियां होण। सो इसका फायदा की है कि परमानेंटली डिलीट असीं उदों करते हैं फाइल्स जदों असीं अपने कंप्यूटर विचों स्पेस फ्री करनी हो, क्योंकि मैमरी जो है कंप्यूटर की वो भरी रही है। अगर रीसाइकल बिन आप एम्प्टी कर देंगे तो ये जो फाइल्स हैं ये सारियां हुण परमानेंटली डिलीट हो चुकियां हैं। सो इस तरह असीं अपने रीसाइकल बिन आइकन भी सानूं दूसरी तरह का खाली शो हो रहा है कि इस विच हुण कोई भी फाइल मौजूद नहीं है। परंतु जो आप फाइल रीस्टोर कर दी सी वो फाइल तुसीं इत्थों भी माई कंप्यूटर राहीं भी तुसीं एक्सप्लोरर खोल सकते हो। सो माई कंप्यूटर भी एक्सप्लोरर का दूसरा नाम ही है। इस आइकन के थ्रू भी विंडोज़ एक्सप्लोरर ही खुलता है। सो ये विच असीं वेख सकते हाँ कि साडे कोल जो सी तो उपर असीं फाइल रीस्टोर करवाई सी वो उत्थे वापस अपने ओरिजिनल जगह उपर आ चुकी है। सो इस तरह तुसीं अपने फाइल्स ते फोल्डर डिलीट कर सकते हो। कितों भी तुसीं फाइल डिलीट करते, सपोज मैं कोई फोल्डर इत्थों डिलीट करदा क्यू कार्ड्स, सो डिलीट प्रैस करदा हाँ। सो ये फोल्डर कित्थे चला जाता है, रीसाइकल बिन विच। सो आ रीसाइकल बिन फिर भर गया है। सो जदों इहदे विचों आपां दो काम कर सकते, जां इसनूं एम्प्टी कर दो जां रीस्टोर कर दो। सो अपने इच्छा अनुसार आपां इसनूं जे रीस्टोर करवाने हाँ तो वापस जो अपना फोल्डर है वो उस ही थां ते चला जाता है ओरिजिनल। हुण असीं वेखदे हाँ कि किस तरह असीं किसी भी फाइल अते फोल्डर का नाम चेंज कर सकते हैं, रीनेम करना। सपोज इस फाइल का नाम है GS। सो इस उपर असीं राइट क्लिक करांगे अते इसनूं असीं रीनेम ते क्लिक करते हुए इसका फाइल का नाम जदों असीं रीनेम उपर क्लिक करते हाँ तो करसर इस तरह टिमटमाउण लगता है। असीं उस विच इसका नाम चेंज करके कोई भी रख सकते हाँ।
ਸਪੋਜ਼ ਇਸ ਦਾ ਨਾਂ ਰੈਟ ਰੱਖ ਦਿੱਤਾ ਹੈ ਅਤੇ ਐਂਟਰ ਪ੍ਰੈਸ ਕਰ ਦਿੱਤਾ ਹੈ। ਸੋ ਇਸ ਫਾਈਲ ਦਾ ਨਾਂ ਅਸੀਂ ਰੈਟ ਰੱਖ ਦਿੱਤਾ ਹੈ। ਸੋ ਕਿਸੇ ਵੀ ਇਸ ਫਾਈਲ ਦਾ ਨਾਂ ਸਪੋਜ਼ ਰਾਈਟ ਕਲਿੱਕ ਰੀਨੇਮ, ਇਸ ਫਾਈਲ ਦਾ ਨਾਮ ਅਸੀਂ ਕੈਟ ਰੱਖ ਦਿੱਤਾ ਹੈ, ਐਂਟਰ। ਸੋ ਇਸ ਤਰ੍ਹਾਂ ਤੁਸੀਂ ਆਪਣੇ ਫਾਈਲਸ ਜਾਂ ਫੋਲਡਰਸ ਦਾ ਨਾਮ ਚੇਂਜ ਕਰ ਸਕਦੇ ਹੋ। ਸੋ ਇਹ ਸੀਗਾ ਅੱਜ ਦਾ ਲੈਸਨ। ਜੇਕਰ ਤੁਹਾਨੂੰ ਇਹ ਵੀਡੀਓ ਚੰਗੀ ਲੱਗੀ ਹੈ ਤਾਂ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਨਾ ਅਤੇ ਇਸੇ ਤਰ੍ਹਾਂ ਅਸੀਂ ਨੈਕਸਟ ਲੈਸਨ ਕਰਾਂਗੇ। ਜਦੋਂ ਤੁਸੀਂ ਇਹ ਸਾਰੇ ਲੈਸਨਸ ਕਰ ਲਓਗੇ ਤਾਂ ਤੁਸੀਂ ਕੰਪਿਊਟਰ ਵਿੱਚ ਪਰਫੈਕਟ ਹੋ ਜਾਓਗੇ। ਸੋ ਮਿਲਦੇ ਹਾਂ ਅਗਲੇ ਦਿਨ। ਥੈਂਕ ਯੂ।